ਪੰਜਾਬੀ ਕਹਾਣੀ ਦੀ ਉਮਰ ਲਗਭਗ ਇੱਕ ਸਦੀ ਨੂੰ ਪਹੁੰਚਣ ਵਾਲੀ ਹੈ। ਜੇ ਸਮੁੱਚੀ ਪੰਜਾਬੀ ਕਹਾਣੀ ਦੇ ਸੁਭਾਅ ਬਾਰੇ ਕਿਸੇ ਇੱਕ ਵਿਸ਼ੇਸ਼ਣ ਨਾਲ ਦੱਸਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਕਹਾਣੀ ਦਾ ਸੁਭਾਅ ਮੁੱਢ ਤੋਂ ਹੀ ਯਥਾਰਥਵਾਦੀ ਰਿਹਾ ਹੈ ਤੇ ਹੁਣ ਤੱਕ ਇਹ ਵਿਸ਼ੇਸ਼ਣ ਉਸ ਦੇ ਨਾਲ ਲਗਾਤਾਰ ਚੱਲਦਾ ਆ ਰਿਹਾ ਹੈ। ਮੁੱਢਲੀ ਪੰਜਾਬੀ ਕਹਾਣੀ ਜਿਹੜੀ ਆਦਰਸ਼ਵਾਦੀ ਯਥਾਰਥਵਾਦ ਤੋਂ ਜਿਹਨੇ ਆਪਣਾ ਸਫ਼ਰ ਸ਼ੁਰੂ ਕੀਤਾ ਸੀ, ਉਸਨੇ ਬਹੁਤ ਸਾਰੇ ਪੜਾਅ ਤੈਅ ਕਰਕੇ ਉਸ ਤੋਂ ਬਾਅਦ ਉਹ ਜਿੱਥੇ ਹੁਣ ਪਹੁੰਚੀ ਹੈ ਉਸ ਬਾਰੇ ਅੱਜ ਕੱਲ੍ਹ ਇਸ ਕਿਸਮ ਦੇ ਵਿਸ਼ੇਸ਼ਣ ਲਾਏ ਜਾਂਦੇ ਹੈ ਕਿ ਇਹ ਉੱਤਰ ਯਥਾਰਥਵਾਦ ਤੱਕ ਪਹੁੰਚ ਚੁੱਕੀ ਹੈ। ਇਹਨਾਂ ਸਾਰੇ ਪੜਾਵਾਂ 'ਚੋਂ ਲੰਘਦੀ ਹੋਈ ਪੰਜਾਬੀ ਕਹਾਣੀ ਨੇ ਕਿਸ ਕਿਸਮ ਦੇ ਸਰੂਪ ਗ੍ਰਹਿਣ ਕੀਤੇ, ਯਥਾਰਥਵਾਦ ਦੀਆਂ ਕਿਹੜੀਆਂ ਵੰਨਗੀਆਂ ਨਾਲ ਇਹ ਸੰਬੰਧਿਤ ਰਹੀ, ਅੱਜ ਅਸੀਂ ਇਸ ਬਾਰੇ ਚਰਚਾ ਕਰਨੀ ਹੈ। ਇਸ ਚਰਚਾ ਦੇ ਲਈ ਮੇਰੇ ਨਾਲ ਸ਼ਾਮਲ ਹਨ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਅਜੀਤ ਸੈਣੀ ਜੀ ਅਤੇ ਉਹਨਾਂ ਦੇ ਨਾਲ ਜਿਹੜੇ ਹੈ ਸ਼੍ਰੀ ਸੁਰਜੀਤ ਬਰਾੜ ਜੀ। ਸ਼੍ਰੀ ਅਜੀਤ ਸੈਣੀ ਜੀ ਨੇ ਲਗਭਗ ਅੱਧੀ ਸਦੀ ਤੋਂ ਪੰਜਾਬੀ ਕਹਾਣੀ ਦੇ ਨਾਲ ਆਪਣਾ ਸਫ਼ਰ ਤੈਅ ਕੀਤਾ ਹੈ ਅਤੇ ਪੰਜਾਬੀ ਕਹਾਣੀ ਨੂੰ ਆਪਣਾ ਭਰਵਾਂ ਯੋਗਦਾਨ ਦਿੱਤਾ ਹੈ। ਸ਼੍ਰੀ ਸੁਰਜੀਤ ਬਰਾੜ ਜੀ ਜਿੱਥੇ ਖੁਦ ਇੱਕ ਕਥਾਕਾਰ ਨੇ, ਉੱਥੇ ਨਾਲ ਉਹਨਾਂ ਨੇ ਪੰਜਾਬੀ ਕਹਾਣੀ ਨੂੰ ਸਮਝਣ ਵਾਸਤੇ ਆਲੋਚਨਾ ਦੇ ਖੇਤਰ ਦੇ ਵਿੱਚ ਵੀ ਭਰਵਾਂ ਕੰਮ ਕੀਤਾ ਹੈ। ਤਾਂ ਅਸੀਂ ਪੰਜਾਬੀ ਕਹਾਣੀ ਦੇ ਵੱਖ-ਵੱਖ ਪੱਖਾਂ ਬਾਰੇ ਜਿਹੜਾ ਹੈ ਯਥਾਰਥ ਦੇ ਹਵਾਲੇ ਨਾਲ ਗੱਲ ਕਰਨੀ ਹੈ। ਸਭ ਤੋਂ ਪਹਿਲਾਂ ਸੁਰਜੀਤ ਬਰਾੜ ਜੀ, ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੂੰਗਾ ਕਿ ਪੰਜਾਬੀ ਕਹਾਣੀ ਦੇ ਹਵਾਲੇ ਨਾਲ ਤੁਸੀਂ ਯਥਾਰਥਕ ਚਿਤਰਨ ਦੀ ਵਿਧੀ ਬਾਰੇ ਕੁਝ ਗੱਲਾਂ ਕਰੋ। ਪਹਿਲਾਂ ਮੈਂ ਯਥਾਰਥ ਚਿਤਰਨ ਜੋ ਹੈ ਕਹਾਣੀ ਦੇ ਵਿੱਚ ਉਹ ਕਿਸ ਕਿਸਮ ਦਾ ਹੋਇਆ ਹੈ, ਮਤਲਬ ਕੀ ਅਰਥ ਹੈ, ਇਹ ਦੱਸਣਾ ਚਾਹੁੰਦਾ। ਕਿਉਂਕਿ ਇੱਕ ਲੇਖਕ ਹੈ ਜੋ ਉਹ ਆਪਣੀ ਪ੍ਰਤੱਖਣ ਸ਼ਕਤੀ ਅਤੇ ਆਪਣੇ ਨਿੱਜੀ ਅਨੁਭਵ ਦੇ ਨਾਲ ਸਮੇਂ ਦੇ ਸੱਚ ਨੂੰ ਉਹ ਪੇਸ਼ ਕਰਦਾ। ਜੇ ਇਸ ਤਰ੍ਹਾਂ ਵੀ ਇਸ ਨੂੰ ਪਰਿਭਾਸ਼ਿਤ ਕਰ ਲਿਆ ਜਾਵੇ ਕਿ ਜਿਹੜਾ ਸਮੁੱਚਾ ਬ੍ਰਹਿਮੰਡ ਹੈ ਉਸ ਦਾ ਉਹ ਬੋਧ ਕਰਾਉਂਦਾ ਅਤੇ ਗਿਆਨ ਦਿੰਦਾ ਹੈ, ਇਹੀ ਯਥਾਰਥਕ ਚਿਤਰਨ ਹੈ। ਅਤੇ ਪੰਜਾਬੀ ਕਹਾਣੀ ਦੇ ਵਿੱਚ 1985 ਤੋਂ ਬਾਅਦ ਜਿਹੜਾ ਯਥਾਰਥ ਚਿਤਰਨ ਜਿਹੜਾ ਹੈ ਉਹ ਬੜੇ ਸ਼ਿੱਦਤ ਦੇ ਨਾਲ ਜਿਹੜਾ ਹੈ ਉਹ ਪੰਜਾਬੀ ਕਹਾਣੀ ਦੇ ਵਿੱਚ ਪੇਸ਼ ਹੁੰਦਾ ਰਿਹਾ ਹੈ ਔਰ ਕਈ ਢੰਗ ਤਰੀਕਿਆਂ ਦੇ ਨਾਲ ਜਿਹੜਾ ਕਈ ਵਿਧੀਆਂ ਦੇ ਨਾਲ ਇਸ ਯਥਾਰਥ ਨੂੰ ਸਾਡੇ ਜਿਹੜੇ ਕਹਾਣੀਕਾਰ ਨੇ ਉਹ ਵਰਤਦੇ ਰਹੇ ਨੇ। ਸੈਣੀ ਸਾਹਿਬ, ਜਦੋਂ ਤੁਸੀਂ ਪੰਜਾਬੀ ਕਹਾਣੀ ਦੇ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ ਸੀ 6ਵੇਂ ਦਹਾਕੇ ਦੇ ਵਿੱਚ, ਤਾਂ ਉਸ ਸਮੇਂ ਅਸੀਂ ਸਮਝਦੇ ਹਾਂ ਕਿ ਪੰਜਾਬੀ ਕਹਾਣੀ ਨੇ ਆਪਣੇ ਦੂਜੇ ਪੜਾਅ ਦੇ ਵਿੱਚ ਪੈਰ ਰੱਖ ਲਿਆ ਸੀ। ਪ੍ਰਿੰਸੀਪਲ ਸੰਤ ਸਿੰਘ ਸੇਖੋਂ ਹੋਰਾਂ ਨੇ ਪੰਜਾਬੀ ਕਹਾਣੀ ਨੂੰ ਇੱਕ ਨਵੀਂ ਦਿਸ਼ਾ ਦੇ ਦਿੱਤੀ ਸੀ, ਜਿਹਨੂੰ ਪੰਜਾਬੀ ਵਿਦਵਾਨਾਂ ਨੇ ਹੁਨਰੀ ਕਹਾਣੀ ਵੀ ਕਿਹਾ ਹੈ ਅਤੇ ਜਿਹੜੀ ਹੈ ਕੁਲਵੰਤ ਸਿੰਘ ਵਿਰਕ ਨੇ ਨਰੋਲ ਯਥਾਰਥਵਾਦ ਦੀ ਕਹਾਣੀ ਵੀ ਕਿਹਾ ਸੀ। ਤਾਂ ਤੁਸੀਂ ਜਦੋਂ ਇਸ ਦੇ ਵਿੱਚ ਸਫ਼ਰ ਦੇ ਵਿੱਚ ਸ਼ੁਰੂ ਕੀਤਾ ਆਪਣਾ ਕਹਾਣੀ ਦਾ ਲੇਖਣ, ਤਾਂ ਉਸ ਸਮੇਂ ਦਾ ਦ੍ਰਿਸ਼ ਕੀ ਸੀ? ਉਦੋਂ ਲੇਖਕ ਕਿਸ ਕਿਸਮ ਦੀਆਂ ਕਹਾਣੀਆਂ ਲਿਖ ਰਹੇ ਸੀ? ਯਥਾਰਥਵਾਦੀ ਚਿਤਰਨ ਉਹਨਾਂ ਦਾ ਕਿਸ ਕਿਸਮ ਨਾਲ ਪ੍ਰਭਾਵਿਤ ਕਰ ਰਿਹਾ ਸੀ? ਉਦੋਂ ਯਥਾਰਥਵਾਦ ਪੰਜਾਬੀ ਕਹਾਣੀ ਤੇ ਭਾਰੂ ਸੀ। ਕੁਲਵੰਤ ਸਿੰਘ ਵਿਰਕ ਮੇਰੇ ਦੋਸਤਾਂ ਨਾਲ ਮੇਰੇ ਸਾਥੀ ਸਨ, ਅਸੀਂ ਇੱਕੋ ਇੱਕ ਜਗ੍ਹਾ ਕੰਮ ਕਰਦੇ ਸੀ, ਪ੍ਰੈਸ ਇਨਫੋਰਮੇਸ਼ਨ ਬਿਊਰੋ 'ਚ। ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਉਹ ਪੂਰੀ ਯਥਾਰਥਵਾਦੀ ਆ। ਖੱਬਲ ਕਹਾਣੀ ਨਾਂ ਦੀ ਉਹਨਾਂ ਦੀ ਪ੍ਰਤੀਨਿਧ ਕਹਾਣੀ ਹੈ, ਜਿਸ ਵਿੱਚ ਉਹਨਾਂ ਨੇ ਯਥਾਰਥਵਾਦ ਦਾ ਚਿਤਰਨ ਕੀਤਾ ਹੈ। ਉਹਨਾਂ ਦੀਆਂ ਸਾਰੀਆਂ ਕਹਾਣੀਆਂ ਲਗਭਗ ਇਸ ਨਾਲ ਸੰਬੰਧਿਤ ਸਨ। ਇਸ ਤੋਂ ਬਾਅਦ ਅਜੀਤ ਕੌਰ ਸੀ, ਉਸਨੇ ਵੀ ਸਾਰੀਆਂ ਕਹਾਣੀਆਂ ਉਹਦੀਆਂ ਜਿਹੜੀਆਂ ਹੈ ਯਥਾਰਥਵਾਦ ਨਾਲ ਸੰਬੰਧ ਰੱਖਦੀਆਂ। ਫਾਲਤੂ ਔਰਤ ਉਸ ਦੀ ਕਹਾਣੀ ਦੀ ਕਾਫੀ ਚਰਚਾ ਹੋਈ ਸੀ ਅਤੇ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਹਾਂ ਕਿ ਉਹਦੇ ਜਵਾਬ ਵਿੱਚ ਮੈਂ ਇੱਕ ਲੰਬੀ ਕਹਾਣੀ ਲਿਖੀ ਸੀ, ਔਰਤ ਫਾਲਤੂ ਨੇ, ਅਤੇ ਉਸ ਕਹਾਣੀ ਦਾ ਕਾਫੀ ਚਰਚਾ ਹੋਇਆ ਸੱਤ ਖਰਚਿਆਂ ਵਿੱਚ। ਇਹ ਹੀ ਜਸਵੰਤ ਸਿੰਘ ਵਿਰਦੀ, ਮੋਹਨ ਭੰਡਾਰੀ, ਬਲਦੇਵ ਸਿੰਘ ਧਾਲੀਵਾਲ ਦੀਆਂ ਕਹਾਣੀਆਂ ਸੀਗੀਆਂ। ਲਕਸ਼ਮੀ ਰੇਖਾ ਜੋ ਪ੍ਰਸਿੱਧ ਕਹਾਣੀ ਸੀ, ਨਾਲ ਹੋਰ ਸੀਗੀਆਂ। ਇਹਨਾਂ ਨਾਲ ਕਾਫੀ ਚਰਚਾ ਹੁੰਦੀ ਰਹੀ ਔਰ ਇਹਨਾਂ ਦੀਆਂ ਕਹਾਣੀਆਂ ਵਿੱਚ ਵਧੇਰੇ ਯਥਾਰਥਵਾਦ, ਨਵੀਂ ਕਹਾਣੀ ਵਿੱਚ ਯਥਾਰਥਵਾਦ ਹੀ ਪਹਿਲਾਂ ਸੁਧਾਰਵਾਦ ਸ਼ੁਰੂ ਹੋਇਆ ਸੀ ਨਾਨਕ ਸਿੰਘ ਉਹਨਾਂ ਦੇ ਵੇਲੇ, ਪਰ ਉਹਨਾਂ ਵਿੱਚ ਵੀ ਯਥਾਰਥ ਚਿਤਰਨ ਜ਼ਰੂਰ ਮਿਲਿਆ ਸੀ।
ਤੇ ਬਲਦੇਵ ਸਿੰਘ ਉਹਨਾਂ ਦੀਆਂ ਕਹਾਣੀਆਂ ਬਾਕੀ ਸਾਰੀਆਂ ਮੈਨੂੰ ਨਵੇਂ ਜਿੰਨੇ ਵੀ ਹੈ, ਮੋਹਨ ਭੰਡਾਰੀ ਹੈ, ਪ੍ਰੇਮ ਪ੍ਰਕਾਸ਼ ਹੈ, ਇਹਨਾਂ ਸਾਰੀਆਂ, ਗੁਰਦਾਰ ਸਿੰਘ ਸੰਧੂ ਹੈ, ਬਰਿਆਮ ਸਿੰਘ ਸੰਧੂ ਹੈ, ਬਚਿੰਤ ਕੌਰ ਹੈ। ਪੰਜਾਬੀ ਕਹਾਣੀ ਦੇ ਤੁਸੀਂ ਜਿਨ੍ਹਾਂ ਲੇਖਕਾਂ ਦਾ ਜ਼ਿਕਰ ਕੀਤਾ ਹੈ, ਇਹ ਅਸੀਂ ਇਹਨਾਂ ਬਾਰੇ ਸਰਬ ਸਾਂਝੀ ਸਾਡੀ ਇਸ ਕਿਸਮ ਦੀ ਰਾਏ ਪੰਜਾਬੀ ਆਲੋਚਨਾ ਦੇ ਵਿੱਚ ਬਣੀ ਹੋਈ ਹੈ ਕਿ ਸੰਤ ਸਿੰਘ ਸੇਖੋਂ ਹੋਰੀ ਜਦੋਂ ਪੰਜਾਬੀ ਕਹਾਣੀ ਦੇ ਵਿੱਚ ਆਉਂਦੇ ਹੈ ਤਾਂ ਉਦੋਂ ਪੰਜਾਬੀ ਕਹਾਣੀ ਦੇ ਵਿੱਚ ਯਥਾਰਥਵਾਦ ਦੀਆਂ ਨਵੀਆਂ ਵੰਨਗੀਆਂ ਆਉਂਦੀਆਂ, ਜਿਨ੍ਹਾਂ ਨੂੰ ਅਸੀਂ ਇਸ ਤਰ੍ਹਾਂ ਦੇ ਨਾਂ ਦਿੱਤੇ ਹੈ ਕਿ ਕਰਤਾਰ ਸਿੰਘ ਦੁੱਗਲ ਹੋਰੀ ਸੀ ਜਿਹੜੇ ਉਹ ਮਨੋਵਿਗਿਆਨਕ ਯਥਾਰਥਵਾਦ ਦੀ ਕਹਾਣੀ ਲਿਖਦੇ ਸੀ, ਜੇ ਸੁਜਾਨ ਸਿੰਘ ਸੀ ਤਾਂ ਪ੍ਰਗਤੀਵਾਦੀ ਯਥਾਰਥਵਾਦ ਦੀ ਕਹਾਣੀ ਲਿਖਦੇ ਸੀ। ਤਾਂ ਕਿਉਂਕਿ ਕੁਲਵੰਤ ਸਿੰਘ ਵਿਰਕ ਜਿਹੜਾ ਹੈ ਇਹਨਾਂ ਵੰਨਗੀਆਂ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਨਾ ਔਖਾ ਸੀ, ਤਾਂ ਉਹਨਾਂ ਬਾਰੇ ਸੰਤ ਸਿੰਘ ਸੇਖੋਂ ਹੋਰਾਂ ਨੇ ਕਿਹਾ ਸੀ ਕਿ ਇਹਨੂੰ ਮੈਂ ਕਹੂੰਗਾ ਕਿ ਨਰੋਲ ਯਥਾਰਥਵਾਦ ਦੀ ਕਹਾਣੀ ਲਿਖਦੇ ਹੈ। ਤਾਂ ਇੱਕ ਇੱਥੋਂ ਤੱਕ ਵੀ ਜਿਹੜੀਆਂ ਕਹਾਣੀਆਂ ਦੇ ਵਿੱਚ ਕੁਛ ਅਸ਼ਲੀਲਤਾ ਦੇ ਦੋਸ਼ ਲੱਗੇ ਜਾਂ ਇਸ ਕਿਸਮ ਦੀਆਂ ਕਹਾਣੀਆਂ ਸੀ, ਉਹਨਾਂ ਬਾਰੇ ਪ੍ਰਕਿਰਤਕ ਯਥਾਰਥਵਾਦ ਨਾਂ ਦਾ ਵੀ ਜਿਹੜਾ ਹੈ ਉਹ ਵਿਸ਼ੇਸ਼ਣ ਲਾਇਆ ਗਿਆ। ਤਾਂ ਸੁਰਜੀਤ ਬਰਾੜ ਜੀ, ਇਹ ਸਾਰੀਆਂ ਵੰਨਗੀਆਂ ਯਥਾਰਥਵਾਦ ਦੀਆਂ ਜਿਹੜੀਆਂ ਸਾਡੇ ਸਾਹਮਣੇ ਸੰਤ ਸਿੰਘ ਸੇਖੋਂ ਤੋਂ ਬਾਅਦ ਆਈਆਂ, ਤੇ ਮੈਂ ਸੋਚਦਾ ਕਿ 1940 ਤੋਂ ਲੈ ਕੇ 1980 ਤੱਕ ਦੇ ਜਿਹੜੇ ਸਾਡੇ ਕੋਲੇ 40 ਸਾਲਾਂ ਦੀ ਪੰਜਾਬੀ ਕਹਾਣੀ ਹੈ, ਉਹ ਇਹਨਾਂ ਪ੍ਰਵਿਰਤੀਆਂ ਦੇ ਵਿੱਚ ਵਿਚਰਦੀ ਰਹੀ। ਪਰ 1980 ਦੇ ਵਿੱਚ ਆ ਕੇ ਅਸੀਂ ਇੱਕ ਜਿਹੜਾ ਹੈ ਇੱਕ ਨਵਾਂ ਝੁਕਾਅ ਦੇਖਦੇ ਹਾਂ ਪੰਜਾਬੀ ਕਹਾਣੀ ਦੇ ਵਿੱਚ। ਤਾਂ ਯਥਾਰਥਵਾਦ ਦੇ ਨਜ਼ਰੀਏ ਤੋਂ ਤੁਹਾਨੂੰ ਉਸ ਝੁਕਾਅ ਬਾਰੇ ਕਿਸ ਕਿਸਮ ਦਾ ਲੱਗਦਾ ਹੈ ਕਿ ਉਹ ਕੀ ਨਵੀਂ ਗੱਲ ਲੈ ਕੇ ਆਈ ਪੰਜਾਬੀ ਕਹਾਣੀ? ਇਹ ਤੁਸੀਂ ਠੀਕ ਹੈ, ਕਿਉਂਕਿ ਸੈਣੀ ਜੀ ਹੋਰਾਂ ਦੇ ਮਤਲਬ ਜਿਹੜਾ ਜੋ ਉਹਨਾਂ ਨੇ ਦੱਸਿਆ ਹੈ ਉਸ ਤੋਂ ਬਿਨਾਂ ਜਿਹੜਾ ਹੈ, ਕਿਉਂਕਿ ਸਾਡੀ ਜਿਹੜੀ ਕਹਾਣੀ ਹੈ ਉਹ ਆਦਰਸ਼ਵਾਦ, ਪ੍ਰਗਤੀਵਾਦ ਦੀ ਯਥਾਰਥਵਾਦ, ਮਨੋਵਿਗਿਆਨਕ ਰੋਮਾਂਟਿਕ ਯਥਾਰਥਵਾਦ ਤੇ ਈਵਨ ਭ੍ਰਾਂਤਕ ਯਥਾਰਥਵਾਦ ਦੀ ਤੇ ਫੋਟੋਗ੍ਰਾਫ ਯਥਾਰਥਵਾਦ ਦੀ ਸ਼ਿਕਾਰ ਵੀ ਰਹੀ ਹੈ। ਪਰ 1980 ਜਿਵੇਂ ਤੁਸੀਂ ਕਿਹਾ, ਮੈਂ 1985 ਤੋਂ ਇਸ ਗੱਲ ਨੂੰ ਮੰਨਦਾ, 1985 ਤੋਂ ਬਾਅਦ ਜਿਹੜੀ ਹੈ ਕਹਾਣੀ ਦੇ ਵਿੱਚ ਬੜਾ ਯਥਾਰਥ ਦੇ ਪੱਧਰ ਤੇ ਬੜਾ ਕੁਝ ਨਵਾਂ ਵਿਆਪਿਆ। ਇੱਕ ਤਾਂ ਇਹ ਹੈ ਕਿ ਜਟਲ ਯਥਾਰਥਵਾਦ ਜਿਹੜਾ ਹੈ, ਜਿਹਨੂੰ ਅਸੀਂ ਗਤੀਸ਼ੀਲ ਯਥਾਰਥ ਦਾ ਨਾਮ ਵੀ ਦੇ ਸਕਦੇ ਹਾਂ, ਉਸ ਤੋਂ ਵੀ ਪੇਸ਼ ਕੀਤਾ ਜਾਂਦਾ ਗਿਆ ਹੈ। ਅਤੇ ਇਸ ਤੋਂ ਬਿਨਾਂ ਜਿਹੜਾ ਇੱਛਾ ਯਥਾਰਥ ਹੈ, ਜਿਹੜਾ ਇਹ ਪਹਿਲਾਂ ਪੇਸ਼ ਹੁੰਦਾ ਸੀ ਪੁਰਾਣੀ ਕਹਾਣੀ ਦੇ ਵਿੱਚ, ਉਹ ਇੱਕ ਪ੍ਰਗਤੀਵਾਦੀ ਸੁਰ ਤੋਂ ਤੇ ਵਿਚਾਰਧਾਰਾ ਸਪਸ਼ਟ ਹੁੰਦੀ ਸੀ ਉਸ ਦੇ ਵਿੱਚ। ਪਰ ਜਿਹੜਾ ਹੁਣ ਦਾ ਜਿਹੜਾ ਇੱਛਾ ਯਥਾਰਥ ਪੇਸ਼ ਕੀਤਾ ਵੀ ਜਾ ਰਿਹਾ, ਤਾਂ ਉਹ ਇੱਕ ਲੁਕਵਾਂ ਦ੍ਰਿਸ਼ਟੀਕੋਣ ਉਹਦੇ ਵਿੱਚ ਪੇਸ਼ ਕੀਤਾ ਜਾਂਦਾ ਹੈ, ਜਿਵੇਂ ਕਿ ਮਤਲਬ ਤੁਹਾਡੀਆਂ ਕਹਾਣੀਆਂ ਦੇ ਵਿੱਚ ਵੀ ਹੈ, ਜਾਂ ਸਾਡੇ ਤੋਂ ਹੋਰ ਸਮਕਾਲੀ ਨਵੇਂ ਲੇਖਕ ਨੇ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਵੀ ਹੈ। ਸੋ ਇਸ ਕਰਕੇ ਜਿਹੜੇ ਪੁਰਾਤਨ ਯਥਾਰਥਵਾਦ ਸੀ ਹੈ, ਉਹ ਤਾਂ ਤੇ ਹੁਣ ਵਾਲਾ ਜਿਹੜਾ ਯਥਾਰਥ ਹੈ, ਇਹ ਤਾਂ ਕਾਫੀ ਜਿਹੜਾ ਫਰਕ ਮੈਨੂੰ ਜਾਪਦਾ ਹੈ। ਜੇ ਆਪਾਂ ਜਦੋਂ ਮੈਂ 1980 ਦੀ ਗੱਲ ਕੀਤੀ ਸੀ, ਜਿਹਨੂੰ ਤੁਸੀਂ 1985 ਕਿਹਾ, ਤਾਂ ਮੈਂ ਇਸ ਕਰਕੇ ਇਸ ਨੂੰ 1980 ਦਾ ਸਾਲ ਮੰਨਿਆ ਸੀ, ਕਿਉਂਕਿ 1980 ਦੇ ਵਿੱਚ ਸਾਡੇ ਕੋਲੇ ਇੱਕ ਵੱਡੀ ਤਬਦੀਲੀ ਦਾ ਆਭਾਸ ਕਰਵਾਉਣ ਵਾਲੀਆਂ ਕਹਾਣੀਆਂ ਜਿਹੜੀਆਂ ਆਉਂਦੀਆਂ, ਜਿਨ੍ਹਾਂ ਦੇ ਵਿੱਚ ਪ੍ਰੇਮ ਪ੍ਰਕਾਸ਼ ਦੀ ਕਹਾਣੀ ਮੁਕਤੀ ਨੂੰ ਬਹੁਤ ਚਰਚਾ ਹੋਈ, ਡੈਡਲਾਈਨ ਦੀ ਬਾਅਦ ਦੇ ਵਿੱਚ ਬਹੁਤ ਚਰਚਾ ਹੋਈ, ਇਸੇ ਤਰ੍ਹਾਂ ਬਰਿਆਮ ਸੰਧੂ ਦੀ ਕਹਾਣੀ ਅੰਗ ਸੰਗ ਦੀ ਬਹੁਤ ਚਰਚਾ ਹੋਈ। ਤਾਂ ਇਹ ਜਿਹੜੀਆਂ ਕਹਾਣੀਆਂ ਜਿਨ੍ਹਾਂ ਨੇ ਪੰਜਾਬੀ ਪਰੰਪਰਕ ਕਹਾਣੀ ਦੀ ਜ਼ਮੀਨ ਤੋੜੀ ਤੇ ਉਹਦੀ ਥਾਂ ਤੇ ਕੁਝ ਨਵੇਂ ਪ੍ਰਤੀਮਾਨ ਸਿਰਜੇ, ਨਵਾਂ ਯਥਾਰਥ ਲੈ ਕੇ ਆਈਆਂ, ਇਹਨਾਂ ਕਹਾਣੀਆਂ ਨੂੰ ਜਿਹੜਾ ਹੈ ਅਸੀਂ 1980 ਤੋਂ ਇੱਕ ਨਵੀਂ ਸਿਫਤੀ ਤਬਦੀਲੀ ਪੈਦਾ ਕਰਨ ਵਾਲੀਆਂ ਕਹਾਣੀਆਂ ਪੰਜਾਬੀ ਦੇ ਵਿੱਚ ਮੰਨਦੇ ਹਾਂ। ਤਾਂ ਇਹ ਵੀ ਪੰਜਾਬੀ ਦੇ ਵਿਦਵਾਨਾਂ ਨੇ ਕਿਹਾ ਹੈ ਕਿ ਇਹ ਕਹਾਣੀਆਂ ਆਪਣੇ ਨਾਲ ਇੱਕ ਨਵੀਂ ਪ੍ਰਵਿਰਤੀ ਲੈ ਕੇ ਆਈਆਂ, ਉਸ ਨੂੰ ਅਸੀਂ ਜਟਲ ਯਥਾਰਥਵਾਦ ਕਿਹਾ। ਤਾਂ ਇਸ ਜਟਲ ਯਥਾਰਥਵਾਦ ਨੂੰ ਤੁਸੀਂ ਕੀ ਸਮਝਦੇ ਹੋ? ਮੈਂ ਇਹਦੇ 'ਚ ਜੇ ਉਦਾਹਰਨ ਦੇ ਦੇਵਾਂ ਤੇ ਜ਼ਿਆਦਾ ਬਿਹਤਰ ਰਹੂਗੀ। ਮੈਂ 3 ਕਹਾਣੀਆਂ ਦੀ ਉਦਾਹਰਨ ਜਿਹਦੇ ਵਿੱਚ ਪੇਸ਼ ਕਰਨੀ ਚਾਹੁੰਦਾ। ਇੱਕ ਤਾਂ ਕੁਲਵੰਤ ਸਿੰਘ ਵਿਰਕ ਦੀ ਤੂੜੀ ਦੀ ਪੰਡ, ਅਤੇ ਉਸ ਤੋਂ 1980 ਦੇ ਵਿੱਚ ਛਪੀ ਕਹਾਣੀ ਬਲਦੇਵ ਸਿੰਘ ਦੀ ਸਿਉਂਕ, ਅਤੇ ਉਸ ਤੋਂ ਬਾਅਦ ਜਿਹੜੀ ਹੁਣ ਤੁਹਾਡੀ ਪਿੱਛੇ ਕਹਾਣੀ ਛਪੀ ਹੈ ਲੇਵ ਸਿੰਘ ਧਾਲੀਵਾਲ ਦੀ, ਮੇਰਾ ਕਹਿਣ ਤੋਂ ਭਾਵ ਹੈ ਕਾਰਗਿਲ। ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਹੈ ਉਹ ਇੱਕ ਯਥਾਰਥ ਨੂੰ ਪੇਸ਼ ਕਰਨ ਦਾ ਫਰਕ ਹੈ। ਜਿਹੜੀ ਪਹਿਲੀ ਕਹਾਣੀ ਤੂੜੀ ਦੀ ਪੰਡ ਹੈ, ਉਹਦੇ ਵਿੱਚ ਜਿਹੜਾ ਹੈ, ਕਿਉਂਕਿ ਉਹ ਇੱਕ ਪ੍ਰਗਤੀਵਾਦੀ ਵਿਚਾਰਧਾਰਾ ਦੇ ਅਧੀਨ ਰਚੀ ਗਈ ਸੀ, ਅਤੇ ਉਸ ਕਹਾਣੀ ਦੇ ਵਿੱਚ ਇੱਕ ਗਹਿਰਾ ਮਸਲਾ ਹੈ, ਗਹਿਰੀ ਘਟਨਾ ਹੈ,
ਅਤੇ ਉਸ ਅਕਹਿਰੀ ਘਟਨਾ ਦੇ ਬਜਾਏ ਜਿਹੜੀ ਅੱਜ ਦੀ ਕਹਾਣੀ ਹੈ ਇਹ ਵਧੇਰੇ ਇਹਦੇ 'ਚ ਮਸਲੇ ਨੇ ਔਰ ਗੁੰਝਲਦਾਰ ਹੈ ਔਰ ਵਧੇਰੇ ਜਟਿਲ ਹੈ ਤੇ ਨਵ ਪ੍ਰਗਤੀਵਾਦ ਦੇ ਵਧੇਰੇ ਨੇੜੇ ਹੈ ਔਰ ਇਹਦੇ ਵਿੱਚ ਇੱਕ ਕਹਾਣੀ ਵਿੱਚ ਅਨੇਕਾਂ ਸਮੱਸਿਆਵਾਂ ਨੂੰ ਜਿਹੜਾ ਨੇਠਿਆ ਜਾਂਦਾ ਹੈ। ਤੇ ਜਿੱਥੋਂ ਤੱਕ ਬਲਦੇਵ ਦੀ ਕਹਾਣੀ ਸਿਉਂਕ ਹੈ ਉਹਦੇ ਵਿੱਚ ਜਿਹੜਾ ਮਸਲਾ ਹੈ ਉਹ ਵਿੱਚ ਵਿਚਾਲੇ ਵਾਲਾ ਹੈ, ਜਿਹੜਾ ਕਿ ਤੂੜੀ ਦੀ ਪੰਡ ਤੋਂ ਅੱਗੇ ਤੁਰਦਾ ਹੈ ਅਤੇ ਪਰ ਜਿਹੜੀ ਬਲਦੇਵ ਸਿੰਘ ਦੀ ਹੁਣ ਕਹਾਣੀ ਰਚੀ ਗਈ ਕਾਰਗਲ ਉਸ ਤੋਂ ਉਹ ਪਿੱਛੇ ਹੈ। ਇਸ ਕਰਕੇ ਇਹ ਇਹਨਾਂ ਦੀ ਇੱਕ ਕੜੀ ਜਿਹੜੀ ਹੈ ਉਹ ਯਥਾਰਥ ਨੂੰ ਵਿਕਸਿਤ ਕਰਨ ਦੀ ਉਹ ਬਣਦੀ ਹੈ। ਸੈਣੀ ਸਾਹਿਬ, ਜਿਸ ਤਰ੍ਹਾਂ ਚੱਲ ਰਹੀ ਹੈ ਗੱਲ ਕਿ ਅਸੀਂ ਇੱਕ ਤਬਦੀਲੀ ਦੇ ਉਸ ਦੌਰ ਨੂੰ ਫੜਨ ਦਾ ਯਤਨ ਕਰ ਰਹੇ ਹਾਂ ਕਿ ਇੱਕ ਬਦਲਦਾ ਹੋਇਆ ਯਥਾਰਥ ਸਾਡੇ ਸਾਹਮਣੇ ਹੈ ਜਿਹਨੂੰ ਪੰਜਾਬੀ ਕਹਾਣੀ ਨੇ ਬੜੀ ਸ਼ਿੱਦਤ ਨਾਲ ਫੜਿਆ, ਤਾਂ ਤੁਸੀਂ ਕਿਉਂਕਿ ਇਸ ਸਾਰੇ ਸਫ਼ਰ ਦੇ ਵਿੱਚ ਪੰਜਾਬੀ ਕਹਾਣੀ ਦੇ ਨਾਲ ਰਹੇ ਆ, ਤਾਂ ਤੁਸੀਂ ਕਿਸੇ ਆਪਣੀ ਉਸ ਕਹਾਣੀ ਦੇ ਹਵਾਲੇ ਨਾਲ ਗੱਲ ਕਰੋ ਜਿਹਨੂੰ ਤੁਸੀਂ ਸਮਝਦੇ ਆ ਕਿ ਉਸਨੇ ਯਥਾਰਥਵਾਦ ਦੇ ਖੇਤਰ ਦੇ ਵਿੱਚ ਜਿਹੜਾ ਹੈ ਬਹੁਤ ਹਲਚਲ ਪੈਦਾ ਕੀਤੀ ਹੋਵੇ, ਪੰਜਾਬੀ ਕਹਾਣੀ ਨੂੰ ਕੋਈ ਨਵੀਂ ਦਿਸ਼ਾ ਦਿੱਤੀ ਹੋਵੇ। ਮੇਰੀਆਂ ਦੋ ਕਹਾਣੀਆਂ ਦਾ ਕਾਫੀ ਚਰਚਾ ਹੋਈ ਹੈ ਔਰ ਬਾਕੀ ਅੰਗਰੇਜ਼ੀ, ਹਿੰਦੀ, ਪੰਜਾਬੀ, ਗੁਜਰਾਤੀ ਵਗੈਰਾ 'ਚ ਵੀ ਛਪੀਆਂ। ਉਹਨਾਂ 'ਚ ਇੱਕ ਕਹਾਣੀ ਹੈ ਵਧੀਆ ਟੀ-ਸ਼ਰਟ। ਉਹ ਹੈ ਅੱਜ ਕੱਲ੍ਹ ਦਾ ਜਿਹੜਾ ਅਮੀਰ ਸਮਾਜ ਹੈ ਨਾ ਉਹਦੇ ਉੱਤੇ ਤੰਜ਼ ਹੈ। ਵਧੀਆ ਟੀ-ਸ਼ਰਟ ਦਾ ਗੋਵਿੰਦ ਜਿਹੜਾ ਹੈ ਉਹ ਹੈਗਾ ਹੀਰੋ, ਤੇ ਉਸਨੇ ਉਹਦਾ ਦੋਸਤ ਬਾਹਰੋਂ ਆਇਆ ਜਦੋਂ ਤਾਂ ਉਹਨੇ ਕਿਹਾ ਵੀ ਚਾਹ ਲਿਆਓ, ਤੇ ਚਾਹ ਲਿਆਉਣ ਗਿਆ। ਉਹ ਕਹਿਣ ਲੱਗਾ ਵੀ ਵਧੀਆ ਟੀ-ਸ਼ਰਟ 'ਚ ਲਿਆਈ, ਨੌਕਰ ਨੂੰ ਕਹਿਣ ਲੱਗਾ, ਤੇ ਨੌਕਰ ਕਹਿਣ ਲੱਗਾ ਜੀ ਉਹ ਚਾਬੀਆਂ ਤੇ ਲੈ ਗਈ ਆ ਦੂਸਰੀ ਪਤਨੀ ਤੁਹਾਡੀ, ਉਹ ਲੈ ਗਈ ਹੈ। ਤੇ ਪਹਿਲੀ ਨੂੰ ਮੈਂ ਜਾਣਦਾ ਸੀ ਸ਼ਸ਼ੀ ਸੀ। ਮੈਂ ਉਹਨੂੰ ਪੁੱਛਿਆ ਗੋਇੰਦਰਾਜ ਨੂੰ ਵੀ ਦੂਸਰੀ ਪਤਨੀ ਕਦੋਂ ਆਉਂਦੀ ਹੈ, ਕਿ ਉਹ ਪਹਿਲੀ ਮਾੜੀ ਸੀ? ਕਹਿੰਦਾ ਨਹੀਂ, ਉਹਦੇ 'ਚ ਆਦਾਬ ਵਗੈਰਾ ਮਜਲਿਸ ਦੇ ਇਜਲਾਸ ਜਾਣ ਮਹਿਫਲਾਂ 'ਚ ਜਾਣ ਦਾ ਆਦਾਬ ਨਹੀਂ ਸੀ, ਇਹਨੂੰ ਸਾਰੇ ਆਉਂਦੇ ਆ। ਹੁਣ ਵੀ ਇਹ ਮੇਰੇ ਕਾਰੋਬਾਰ ਦੇ ਸੰਬੰਧ ਵਿੱਚ ਹੀ ਕਿਤੇ ਗਈ ਹੈ। ਤਾਂ ਮੈਂ ਫਿਰ ਗੱਲ ਫੜ ਲਈ, ਮੈਂ ਕਿਹਾ ਵੀ ਤੇਰੀ ਦੂਸਰੀ ਪਤਨੀ ਵੀ ਵਧੀਆ ਟੀ-ਸ਼ਰਟ ਹੀ ਹੋਈ ਨਾ। ਇਹ ਸੀਗਾ ਤੰਗ ਸੀਗਾ ਇਹਨਾਂ ਤੇ। ਦੂਸਰਾ ਸੀ ਲਹੂ ਬੋਲ ਪਿਆ। ਲਹੂ ਬੋਲ ਪਿਆ ਇੱਕ ਪਿੰਡ ਦੀ ਕਹਾਣੀ ਆ ਦੋ ਭਰਾਵਾਂ ਦੀ। ਉਹ ਪਹਿਲਾਂ ਕਾਫੀ ਇਕੱਠੇ ਰਹੇ, ਬਾਅਦ ਵਿੱਚ ਜ਼ਮੀਨ ਦਾ ਮਾਪ ਮਰ ਗਿਆ ਤਾਂ ਜ਼ਮੀਨ ਦੇ ਝਗੜੇ ਤੋਂ ਉਹਨਾਂ ਦਾ ਬਟਵਾਰਾ ਕਾਫੀ ਇੱਥੋਂ ਤੱਕ ਹੋ ਗਿਆ ਕਿ ਇੱਕ ਦੂਜੇ ਨਾਲ ਬੋਲ ਚਾਲ ਵੀ ਬੰਦ ਹੋ ਗਈ। ਤੇ ਫਿਰ ਰੱਬ ਦੇ ਕੁਦਰਤ ਉਹ ਕਾਲਾ ਔਰ ਸ਼ੇਰਾ ਦੋਹਾਂ ਦਾ ਨਾਂ ਆ। ਤੇ ਕਾਲਾ ਜਿਹੜਾ ਉਹਦੀ ਲੜਕੀ ਦੀ ਸ਼ਾਦੀ ਸੀ ਉਹਦੇ ਉੱਤੇ ਵੀ ਸ਼ੇਰੇ ਨੂੰ ਨਹੀਂ ਸੱਦਿਆ ਗਿਆ। ਤੇ ਜਦੋਂ ਬਰਾਤ ਆਈ ਤੇ ਬਰਾਤ ਨੇ ਮੰਗ ਕੀਤੀ ਵੀ ਸਾਨੂੰ ਕੁੜੀ ਚਾਹੀਦੀ ਹੈ ਦਾਜ, ਤੇ ਉਹ ਦਾਜ ਦਾ ਘੋੜੀ ਹੈ ਨਹੀਂ ਸੀ ਕਾਲੇ ਕੋ, ਤੇ ਉਹ ਤਾਂ ਮੁਸ਼ਕਰਾ ਬੁਰਾ ਪੈ ਗਿਆ। ਉਹਨੂੰ ਸ਼ੇਰੇ ਨੂੰ ਜਦੋਂ ਪਤਾ ਲੱਗਾ ਵੀ ਇਹ ਗੱਲ ਹੈ ਤਾਂ ਉਹਨੇ ਆਪਣੀ ਸਭ ਤੋਂ ਵਧੀਆ ਘੋੜੀ ਜਿਹਨੂੰ ਇਨਾਮ ਤੇ ਮਿਲੀ ਸੀ ਬਾਦ ਹੀ ਕਰੋ, ਉਹ ਜਾ ਕੇ ਚੁੱਪ ਚਪੀਤੇ ਲਾੜੇ ਨੂੰ ਫੜਾਤੀ ਤੇ ਲਾੜਾ ਤੁਰ ਕੇ ਚਲ ਗਿਆ। ਤੇ ਫਿਰ ਕਾਲਾ ਉਸ ਪਗਡੰਡੀ ਵੱਲ ਤੁਰ ਪਿਆ ਜਿੱਥੇ ਸ਼ੇਰਾ ਤੂਤਾਂ ਦੀ ਛਾਵੇਂ ਬੈਠਾ ਹੋਇਆ ਸੀ। ਬਰਾੜ ਸਾਹਿਬ, ਜਿਵੇਂ ਸੈਣੀ ਸਾਹਿਬ ਨੇ ਆਪਦੀਆਂ ਕਹਾਣੀਆਂ ਦੇ ਹਵਾਲੇ ਨਾਲ ਇੱਕ ਨਵਾਂ ਵਿਸ਼ਾ ਛੋਹਿਆ, ਉਹ ਵਿਸ਼ਾ ਇਹ ਹੈ ਕਿ ਜਦੋਂ ਯਥਾਰਥ ਦਾ ਸਰੂਪ ਬਦਲਦਾ ਹੈ ਤਾਂ ਜਿੰਨਾ ਵੀ ਪੰਜਾਬੀ ਕਹਾਣੀਆਂ ਦਾ ਜਿਹੜਾ ਰਚਨਾ ਵਸਤੂ ਹੈ ਇਹਦੇ 'ਚ ਵੱਖ-ਵੱਖ ਜਿਹੜੇ ਪਸਾਰ ਖੁੱਲ੍ਹ ਜਾਂਦੇ ਆ ਨਵੇਂ। ਤਾਂ ਮੈਂ ਇਹ ਸੋਚਦਾ ਕਿ ਜਿਵੇਂ 1980 ਤੋਂ ਅਸੀਂ ਜੇ ਗੱਲ ਕਰੀਏ ਤਾਂ 1980 'ਚ ਸਾਡੇ ਮੂਹਰੇ ਦੋ ਨਵੇਂ ਪਸਾਰ ਪੰਜਾਬੀ ਕਹਾਣੀ ਦੇ ਹੋਰ ਖੁੱਲ੍ਹ ਜਾਂਦੇ ਆ ਯਥਾਰਥ ਦੇ ਨਜ਼ਰੀਏ ਤੋਂ। ਇੱਕ ਪਾਕਿਸਤਾਨੀ ਪੰਜਾਬੀ ਕਹਾਣੀ ਦਾ ਸੀ ਜਿਹਨੇ ਪਾਕਿਸਤਾਨੀ ਸਮਾਜ ਦੇ ਯਥਾਰਥ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ, ਤੇ ਦੂਜਾ ਜਿਹੜਾ ਹੈ ਉਹ ਗਿਣਿਆ ਜਾਂਦਾ ਪ੍ਰਵਾਸੀ ਪੰਜਾਬੀ ਕਹਾਣੀ ਦਾ ਜਿਹਨੇ ਪੱਛਮੀ ਮੁਲਕਾਂ ਦੇ ਵਿੱਚ ਗਏ ਪੰਜਾਬੀਆਂ ਦੇ ਯਥਾਰਥ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਤਾਂ ਇਹਨਾਂ ਦੋ ਧਾਰਾਵਾਂ ਦੇ ਨਾਲ ਰਲਣ ਤੋਂ ਬਾਅਦ ਪੰਜਾਬੀ ਕਹਾਣੀ ਦਾ ਜਿਹੜਾ ਪ੍ਰਪੇਖ ਹੈ ਉਹ ਪੂਰਾ ਅੰਤਰਰਾਸ਼ਟਰੀ ਪੱਧਰ ਦਾ ਜਿਹੜਾ ਹੈ ਹੋ ਜਾਂਦਾ। ਇਹ ਏਡੇ ਚੌੜੇ ਕੈਨਵਸ ਤੇ ਵਿਚਰ ਕੇ ਆਪਣਾ ਕੰਮ ਕਰਨ ਲੱਗਦੀ ਹੈ। ਦੂਜੇ ਪਾਸੇ ਜੇ ਕਹਿਣਾ ਹੋਵੇ ਕਿ ਪੰਜਾਬੀ ਕਹਾਣੀ ਦੇ ਵਿੱਚ ਇੱਥੋਂ ਦੇ ਪੂਰਬੀ ਪੰਜਾਬ ਦੇ ਵਿੱਚੋਂ ਵੀ ਬਹੁਤ ਨਵੇਂ-ਨਵੇਂ ਵਿਸ਼ੇ ਜਿਹੜੇ ਹੈ, ਜਿਵੇਂ ਦਲਿਤ ਚੇਤਨਾ ਦਾ ਵਿਸ਼ਾ ਹੈ, ਜਿਵੇਂ ਇਸੇ ਕਿਸਮ ਨਾਲ ਛੋਟੀ ਕਿਸਾਨੀ ਦਾ ਵਿਸ਼ਾ ਹੈ, ਤਾਂ ਇਉਂ ਜਿਹੜੇ ਵਿਸ਼ੇ ਜਿਹੜੇ ਨਵੇਂ ਆਏ, ਤੁਸੀਂ ਯਥਾਰਥਵਾਦ ਦੇ ਵੰਨਗੀ ਦੇ ਤੌਰ ਤੇ ਉਹਨਾਂ ਵਿਸ਼ਿਆਂ ਨੂੰ ਕਿਸ ਤਰ੍ਹਾਂ ਲੈਂਦੇ ਹੋ? ਕਿਉਂਕਿ ਇਹ ਵਾਕਈ ਗੱਲ ਠੀਕ ਹੈ ਕਿ 1985 ਤੋਂ ਬਾਅਦ ਕਾਫੀ ਕੁਝ, ਕਿਉਂਕਿ 1990 ਤੋਂ ਵਿਸ਼ਵੀਕਰਨ ਦਾ ਜਿਹੜਾ ਦੌਰ ਆ ਉਹ ਸ਼ੁਰੂ ਹੋ ਜਾਂਦਾ, ਤੇ ਇਸ ਦੌਰ ਦੇ ਨਾਲ ਜਿਹੜਾ ਸਾਡਾ
ਸਮਾਜਿਕ, ਰਾਜਨੀਤਿਕ, ਆਰਥਿਕ ਸੰਰਚਨਾਵਾਂ ਨੇ, ਇਹ ਸਾਰੀਆਂ ਜਿਹੜੀਆਂ ਟੁੱਟਦੀਆਂ ਨੇ, ਇਹਦੇ ਵਿੱਚ ਇਹ ਸਾਰੀਆਂ ਰਚਨਾਵਾਂ ਟੁੱਟਣ ਦੇ ਕਾਰਨ ਨਵੇਂ ਰਿਸ਼ਤੇ ਪੈਦਾ ਹੋ ਰਹੇ ਨੇ, ਤੇ ਉਹਨਾਂ ਨਵੇਂ ਰਿਸ਼ਤਿਆਂ ਦੇ ਕਾਰਨ ਜਿਹੜਾ ਹੈ ਬੇਗਾਨਗੀ, ਇਕੱਲਤਾ ਅਤੇ ਬਹੁਤ ਸਾਰੀਆਂ ਇਹੋ ਜਿਹੀਆਂ ਅਲਾਮਤਾਂ ਪੈਦਾ ਹੋ ਰਹੀਆਂ ਨੇ ਜਿਹੜੀਆਂ ਕਹਾਣੀ ਦੇ ਵਿੱਚ ਆਈਆਂ ਨੇ। ਜਿਵੇਂ ਪਹਿਲਾਂ ਵੀ ਦੱਸਿਆ ਕਿ ਇਸ ਦੌਰ ਦੇ ਸ਼ੁਰੂ ਹੋਣ ਦੇ ਨਾਲ ਮਨੁੱਖ ਇੱਕ ਅੰਦਰੋਂ ਬਿਲਕੁਲ ਟੁੱਟ ਚੁੱਕਾ ਹੈ ਅਤੇ ਅੰਦਰੋਂ ਖੰਡਿਤ ਹੋ ਚੁੱਕਾ ਮਨੁੱਖ ਹੈ, ਅਤੇ ਉਹਦੇ ਅੰਦਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੇ ਗੁੰਝਲਾਂ ਨੇ। ਉਹਨਾਂ ਸਮੱਸਿਆਵਾਂ ਤੇ ਗੁੰਝਲਾਂ ਨੂੰ ਜਿਹੜੀ ਅਜੋਕੀ ਪੰਜਾਬੀ ਕਹਾਣੀ ਫਰੋਲਦੀ ਹੈ। ਅਤੇ ਇਸ ਤੋਂ ਬਿਨਾਂ ਜਿਹੜੇ ਬਿਲਕੁਲ ਹੀ ਹਾਸ਼ੀਏ ਦੇ ਪਏ ਅਣਗੌਲੇ ਜਿਹੜੇ ਵਿਸ਼ੇ ਤੇ ਪਾਤਰ ਤੇ ਘਟਨਾਵਾਂ ਸੀ, ਉਹਨਾਂ ਨੂੰ ਵੀ ਸਾਡੇ ਪੰਜਾਬੀ ਕਹਾਣੀਕਾਰਾਂ ਨਵੇਂ ਨੇ ਇਹ ਫੋਕਸ ਕੀਤਾ ਹੈ ਆਪਣੀ ਕਹਾਣੀ ਦੇ ਵਿੱਚ। ਅਤੇ ਜਿਵੇਂ ਤੁਸੀਂ ਦੱਸਿਆ ਕਿ ਜਿਹੜੀ ਵਿਸ਼ਵੀਕਰਨ ਦੇ ਨਾਲ ਸਾਡੀ ਜਿਹੜੀ ਕਿਸਾਨੀ ਕਿਵੇਂ ਆਰਥਿਕ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ, ਤਾਂ ਇਹ ਜਿਹੜੀ ਸੰਕਟ ਹੈ ਇਸ ਨੂੰ ਵੀ ਜਿਹੜਾ ਪੰਜਾਬੀ ਕਹਾਣੀ ਦੇ ਵਿੱਚ ਪੇਸ਼ ਕੀਤਾ ਗਿਆ। ਜਿਵੇਂ ਪਹਿਲਾਂ ਹੀ ਦੱਸਿਆ ਸੀਗਾ ਕਿ ਸਾਡੀ ਜਿਹੜੀ ਕਹਾਣੀ ਹੈ ਇਹ ਕਿਰਿਆ ਉੱਪਰ ਪ੍ਰਤੀਕਿਰਿਆ ਅੱਜ ਜਿਹੜੀ ਪੇਸ਼ ਕਰ ਰਹੀ ਹੈ, ਔਰ ਜਿੱਥੇ ਸਹਿਜ ਹੋ ਕੇ ਰਚੀ ਜਾ ਰਹੀ ਕਹਾਣੀ ਹੈ ਉੱਥੇ ਸਹਿਜ ਦੇ ਰਾਹੀਂ ਨਵੀਨ ਜਿਹੜੀ ਚੇਤਨਾ ਹੈ ਉਹ ਵੀ ਪੇਸ਼ ਕੀਤੀ ਜਾ ਰਹੀ ਹੈ। ਅਤੇ ਇੱਕ ਹੋਰ ਜਿਹੜੀ ਅੱਜ ਦੀ ਕਹਾਣੀ ਦੀ ਵੱਡੀ ਮਾਰਕੇ ਵਾਲੀ ਗੱਲ ਹੈ ਉਹ ਇਹ ਹੈ ਕਿ ਅੱਗੇ ਪਹਿਲਾਂ ਸਮੱਸਿਆ ਦਾ ਕੋਈ ਹੱਲ ਪੇਸ਼ ਕਰ ਦਿੱਤਾ ਜਾਂਦਾ ਸੀ, ਪਰ ਅਜੋਕੀ ਜਿਹੜੀ ਕਹਾਣੀ ਹੈ ਉਹ ਸਮੱਸਿਆ ਨੂੰ ਪੇਸ਼ ਕਰਦੀ ਹੈ ਪਰ ਉਸ ਦਾ ਹੱਲ ਨਹੀਂ ਪੇਸ਼ ਕਰਦੀ। ਇਸ਼ੂ ਤੇ ਪ੍ਰਸ਼ਨ ਜਿਹੜੇ ਹੈਗੇ ਆ ਨਵੇਂ ਉਹ ਖੜੇ ਕਰਦੀ ਹੈ। ਅਤੇ ਇਸੇ ਤਰ੍ਹਾਂ ਜਿਹੜਾ ਹੈ ਸੰਘਣੇ ਬਰਤਾਂਤ ਦੀ ਜਿਹੜੀ ਕਹਾਣੀ, ਜਿਵੇਂ ਪਹਿਲਾਂ ਵੀ ਕਿਹਾ ਸੀਗਾ, ਜਿਵੇਂ ਖੰਡੇ ਦੀ ਧਾਰ ਅਕਸਰ ਬਲਵਿੰਦਰ ਗਰੇਵਾਲ ਦੀ ਕਹਾਣੀ ਦਾ ਜ਼ਿਕਰ ਜਿਹੜਾ ਅਕਸਰ ਆਉਂਦਾ ਹੈ ਕਿ ਬਹੁਤ ਹੀ ਜਿਵੇਂ ਤੁਹਾਡੀ ਕਹਾਣੀ ਕਾਰਗਲ ਬਹੁਤ ਹੀ ਸੰਘਣੇ ਯਥਾਰਥ ਨੂੰ ਜਿਹੜਾ ਹੈ ਪੇਸ਼ ਕਰਦੇ, ਤੇ ਅਨੇਕਾਂ ਇਹਦੇ ਵਿੱਚ ਤਣਾਅ, ਸਮਾਜਿਕ ਸਮੱਸਿਆਵਾਂ, ਗੁੰਝਲਾਂ ਜਿਹੜੀਆਂ ਹੈਗੀਆਂ ਉਹ ਪੇਸ਼ ਕੀਤੀਆਂ ਗਈਆਂ ਨੇ। ਸੋ ਸਾਡੀ ਕਹਾਣੀ ਜਿਹੜੀ ਹੈ ਬਹੁਤ ਕੁਝ ਨਵਾਂ ਲੈ ਕੇ ਜਿਹੜੀ ਉਹ ਆ ਰਹੀ ਹੈ। ਇਸੇ ਕਰਕੇ ਮੈਂ ਕਦੇ ਕਦੇ ਸੋਚਦਾ ਹੁੰਦਾ ਕਿ ਸਾਡੇ ਜਿਹੜੇ ਨਵੇਂ ਕਹਾਣੀਕਾਰ ਨੇ ਇਹਨਾਂ ਕੋਲੇ ਜਿੱਥੇ ਵਿਸ਼ਾਲ ਅਨੁਭਵ ਹੈ, ਜਿੱਥੇ ਇਹਨਾਂ ਕੋਲੇ ਡੂੰਘੀ ਪ੍ਰਤੱਖਣ ਸ਼ਕਤੀ ਹੈ, ਉੱਥੇ ਇਹਨਾਂ ਨੂੰ ਹੋਰ ਸਮਾਜਿਕ ਜਿਹੜੇ ਵਿਗਿਆਨ ਨੇ ਉਹਨਾਂ ਬਾਰੇ ਡੂੰਘਾ ਗਿਆਨ ਹੈ। ਸੈਣੀ ਸਾਹਿਬ, ਤੁਸੀਂ ਟੀ-ਸੈਟ ਦੇ ਹਵਾਲੇ ਨਾਲ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹ ਰਿਸ਼ਤਿਆਂ ਵੱਲ ਜਾਂਦੀ ਸੀ ਕਿ ਰਿਸ਼ਤੇ ਜਿਵੇਂ ਜਿਵੇਂ ਯਥਾਰਥ ਬਦਲਦਾ ਉਵੇਂ ਉਵੇਂ ਰਿਸ਼ਤੇ ਬਦਲਦੇ ਹੈ। ਤਾਂ ਤੁਹਾਡੀਆਂ ਜਿਹੜੀਆਂ ਬਹੁਤ ਸਾਰੀਆਂ ਕਹਾਣੀਆਂ ਦਾ ਇਸ ਮਸਲੇ ਦੇ ਵਿੱਚ ਜਿਹੜਾ ਰੈਫਰੈਂਸ ਲਿਆ ਜਾ ਸਕਦਾ ਹੈ, ਤਾਂ ਇਹ ਜਿਹੜਾ ਰਿਸ਼ਤਿਆਂ ਦਾ ਸੰਸਾਰ ਹੈ, ਤੁਸੀਂ ਕਹਾਣੀਕਾਰ ਦੇ ਤੌਰ ਤੇ ਇਸ ਨੂੰ ਨਿਰਖਦੇ ਪਰਖਦੇ ਰਹੇ ਹੈ। ਸੰਖੇਪ ਦੇ ਵਿੱਚ ਇਹ ਦੱਸੋ ਕਿ ਇਹ ਸੰਸਾਰ ਤੁਹਾਨੂੰ ਕਿੱਧਰ ਨੂੰ ਜਾਂਦਾ ਲੱਗਦਾ ਹੈ? ਪੰਜਾਬੀ ਕਹਾਣੀ ਇਹਨੂੰ ਕਿਵੇਂ ਵੇਖਦੀ ਹੈ? ਸਾਡੇ ਸਮਾਜ ਵਿੱਚ ਇੱਕ ਤਾਂ ਸਾਂਝਾ ਪਰਿਵਾਰ ਕਹਿੰਦੇ ਸੀ, ਉਹ ਸਾਂਝਾ ਪਰਿਵਾਰ ਟੁੱਟਦੇ ਜਾ ਰਹੇ ਆ। ਸਾਡੀ ਪੰਜਾਬੀ ਕਹਾਣੀ ਨੇ ਟੁੱਟਦੇ ਰਿਸ਼ਤੇ, ਮੈਂ ਹੁਣ ਕਹਾਣੀ ਲਿਖੀ ਸੀ ਟੁੱਟਦੇ ਰਿਸ਼ਤੇ, ਉਸ ਵਿੱਚ ਇਹ ਦੱਸਿਆ ਗਿਆ ਸੀਗਾ ਕਿਸ ਤਰ੍ਹਾਂ ਜਿਹੜੇ ਨਵੀਂ ਪੀੜ੍ਹੀ ਆ ਉਹ ਆਣ ਕੇ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਛੱਡ ਦਿੰਦੇ ਆ, ਨਵਾਂ ਆਪਣਾ ਸ਼ਾਦੀ ਕਰਕੇ ਬੱਚਿਆਂ ਨੂੰ ਵੱਖਰੇ ਕਰ ਦਿੰਦੇ ਆ। ਉਹਦੇ ਵਿੱਚ ਇੱਕ ਜਨਾਨੀ ਆ ਚੰਗੀ ਪੜ੍ਹੀ ਲਿਖੀ ਆ, ਉਹਨੂੰ ਇਹ ਆਸ ਸੀ ਉਹਦਾ ਪਤੀ ਮਰ ਗਿਆ ਤੇ ਮੇਰਾ ਪੁੱਤਰ ਫੌਜ 'ਚ ਹੈਗਾ ਤੇ ਉਹ ਮੈਂ ਸਹਾਰਾ ਕਰੇਗਾ, ਪਰ ਉਹ ਫੌਜੀ ਨੇ ਆਣ ਕੇ ਆਪਣੀ ਸ਼ਾਦੀ ਕਰਕੇ ਤੇ ਵਾਈਫ ਨੂੰ ਨਾਲ ਲੈ ਗਿਆ। ਉਹ ਫਿਰ ਕਿਰਾਏ ਤੇ ਰਹਿਣ ਲੱਗ ਪਈ ਤੇ ਕਿਰਾਏ ਤੋਂ ਵੀ ਉਹ ਮਜਬੂਰ ਹੋ ਕੇ ਫਿਰ ਇੱਕ ਜਰਨਲ ਸੰਪਾਦਕ ਦੇ ਕੋਲ ਜਾਂਦੀ ਹੈ ਵੀ ਦੱਸੋ ਮੇਰੀ ਇੱਥੇ, ਤੇ ਸੰਪਾਦਕ ਵੀ ਮਜਬੂਰ ਹੋ ਕੇ ਉਹਨੂੰ ਆਸ਼ਰਮ 'ਚ ਭੇਜ ਦਿੰਦਾ, ਮੈਨੇਜਰ ਨੂੰ ਕਰਦਾ ਵੀ ਤੁਹਾਡੀ ਲਈ ਨਵਾਂ ਮਹਿਮਾਨ ਭੇਜ ਰਿਹਾ। ਇਸੇ ਤਰ੍ਹਾਂ ਇਹ ਰਿਸ਼ਤੇ ਟੁੱਟ ਰਹੇ ਆ ਜਿਹੜੇ ਪਹਿਲਾਂ ਸਾਡੇ ਸਾਂਝੇ ਪਰਿਵਾਰ ਹੁੰਦੇ ਸੀਗੇ। ਸੈਣੀ ਸਾਹਿਬ, ਤੁਸੀਂ ਰਿਸ਼ਤਿਆਂ ਦੀ ਜਿਸ ਤਰ੍ਹਾਂ ਗੱਲ ਜਿਹੜੀ ਹੈ ਸਾਂਝੇ ਪਰਿਵਾਰਾਂ ਦੇ ਟੁੱਟਣ ਦੀ ਗੱਲ ਕੀਤੀ ਹੈ, ਬਰਾੜ ਸਾਹਿਬ ਬਹੁਤ ਸਾਰੇ ਇਸ ਤਰ੍ਹਾਂ ਨਵੇਂ ਵਿਸ਼ੇ ਸ਼ਾਮਲ ਹੋਏ ਪੰਜਾਬੀ ਕਹਾਣੀ ਦੇ ਵਿੱਚ, ਚਾਹੇ ਉਹ ਫੌਜੀ ਜੀਵਨ ਦਾ ਵਿਸ਼ਾ ਹੋਵੇ, ਚਾਹੇ ਉਹ ਮਹਾਨਗਰਾਂ ਦਾ ਵਿਸ਼ਾ ਹੋਵੇ, ਚਾਹੇ ਉਹ ਨਾਰੀਵਾਦ ਦਾ ਵਿਸ਼ਾ ਹੋਵੇ। ਇਸ ਤਰ੍ਹਾਂ ਬਹੁਤ ਸਾਰੇ ਵਿਸ਼ੇ ਜਿਹੜੇ ਪੰਜਾਬੀ ਜੀਵਨ ਦੇ ਯਥਾਰਥ ਜੋ ਬਦਲ ਰਿਹਾ ਯਥਾਰਥ ਹੈ ਉਹਦੀਆਂ ਬਹੁਤ ਬਰੀਕ ਤੰਦਾਂ ਨੂੰ ਫੜਨ ਦਾ ਯਤਨ ਕਰਦੇ ਹੈ। ਤਾਂ ਜਦੋਂ ਕਹਾਣੀ ਦੇ ਇਸ ਤਰ੍ਹਾਂ ਵਿਸ਼ਿਆਂ 'ਚ ਤਬਦੀਲੀ ਆਉਂਦੀ ਹੈ ਤਾਂ ਕੁਦਰਤੀ ਹੈ ਕਿ ਉਹਦੇ ਰੂਪ ਵੀ ਬਦਲਦਾ ਹੈ। ਬਹੁਤ ਥੋੜੇ ਸ਼ਬਦਾਂ ਦੇ ਵਿੱਚ ਦੱਸੋ ਕਿ ਉਹ ਕੋਈ ਰੂਪ ਦੇ ਵਿੱਚ ਤੁਹਾਨੂੰ ਕਿਹੜੀ ਨਵੀਂ ਗੱਲ ਲੱਗਦੀ ਹੈ ਕਿ ਪੰਜਾਬੀ ਕਹਾਣੀ ਜਿਹੜੀ ਹੈ ਉਹ ਅਜੇ ਵੀ ਬਾਹਰਮੁਖੀ ਯਥਾਰਥਵਾਦ ਦੀ ਕਹਾਣੀ ਹੈ ਕਿ ਜਿਹੜੀ ਅੰਦਰਮੁਖੀ ਯਥਾਰਥਵਾਦ ਨੂੰ ਵਧੀ ਹੈ? ਬਹੁਤ ਅੱਛਾ ਬਲਦੇਵ ਸਿੰਘ ਜੀ ਸਵਾਲ ਤੁਹਾਡਾ ਹੈ, ਕਿਉਂਕਿ ਜਿਹੜੇ ਪਹਿਲਾਂ ਕਹਾਣੀ ਸੀ, ਜਿਵੇਂ ਆਪਾਂ ਪਹਿਲਾਂ ਵੀ ਇਹ ਚਰਚਾ ਕਰ ਰਹੀ ਹੈ
ਕਿ ਜਿਹੜੀ ਕਹਾਣੀ ਪਹਿਲਾਂ ਰਚੀ ਗਈ ਆ ਉਹ ਸਾਰੀ ਬਾਹਰਮੁਖੀ ਯਥਾਰਥ ਤੇ ਨਿਰਭਰ ਸੀ। ਇਹ ਆਪਣਾ ਵਿੱਚ ਗੱਲ ਵੀ ਰਹਿ ਗਈ ਕਿਧਰੇ, ਪਰ ਜਿਹੜੀ ਹੁਣ ਮਤਲਬ ਕਹਾਣੀ ਰਚੀ ਜਾ ਰਹੀ ਹੈ ਇਹ ਸਾਡੇ ਅੰਦਰੂਨੀ ਯਥਾਰਥ ਨਾਲ ਵਧੇਰੇ ਸੰਬੰਧਿਤ ਹੈ। ਕਿਉਂਕਿ ਜਦੋਂ ਮਾਂ ਇੱਕ ਮਨੁੱਖ ਦੇ ਵਿੱਚ ਜਿਹੜਾ ਅੰਦਰ ਕੀ ਪਿਆ ਹੈ ਉਸ ਨੂੰ ਵੀ ਉਹ ਲੈ ਕੇ ਆ ਰਹੀ ਹੈ। ਜਿਵੇਂ ਖਾਸ ਕਰਕੇ ਨਾਰੀ ਚੇਤਨਾ ਦੀ ਕਹਾਣੀ ਬਾਰੇ ਆਪਾਂ ਗੱਲ ਕਰ ਸਕਦੇ ਹਾਂ ਕਿ ਔਰਤ ਦੇ ਨਾਲ ਸੰਬੰਧਿਤ ਅਨੇਕਾਂ ਅਜਿਹੇ ਮਸਲੇ, ਅਨੇਕਾਂ ਅਜਿਹੀਆਂ ਗੁੰਝਣਾ, ਅਨੇਕਾਂ ਅਜਿਹੇ ਉਹਦੇ ਅੰਦਰ ਜੋ ਪੜ ਰਿਹਾ ਹੈ ਉਸ ਨੂੰ ਵੀ ਜਿਹੜਾ ਹੈਗਾ ਪੰਜਾਬੀ ਕਹਾਣੀ ਪੇਸ਼ ਕਰ ਰਹੀ ਹੈ। ਪਰ ਇਸ ਨੂੰ ਪੇਸ਼ ਕਿਵੇਂ ਕਰ ਰਹੀ ਹੈ ਇਹ ਮਤਲਬ ਨਵੇਂ ਕਹਾਣੀਕਾਰ ਇੱਕ ਨਵੀਆਂ ਜੁਗਤਾਂ ਦੇ ਨਾਲ ਉਹ ਪੇਸ਼ ਕਰ ਰਹੇ ਨੇ। ਹਾਂ ਬਰਾੜ ਸਾਹਿਬ, ਜਿਵੇਂ ਅਸੀਂ ਰੂਪ ਦੀ ਗੱਲ ਜਿਹੜੀ ਹੈ ਉਹ ਸੰਖੇਪ ਦੇ ਵਿੱਚ ਤੁਸੀਂ ਇਹ ਗੱਲ ਵੱਲ ਸੰਕੇਤ ਕੀਤਾ ਹੈ ਕਿ ਕਹਾਣੀ ਦਾ, ਪੰਜਾਬੀ ਕਹਾਣੀ ਦਾ ਸਿਰਫ ਵਿਸ਼ਾ ਹੀ ਨਹੀਂ ਬਦਲਿਆ, ਰੂਪ ਵੀ ਬਦਲਿਆ। ਤੇ ਮੈਂ ਇਸ ਗੱਲ ਨੂੰ, ਜਿਹੜੀ ਆਪਾਂ ਸਾਰੀ ਗੱਲਬਾਤ ਕੀਤੀ ਹੈ ਉਹਨੂੰ ਜੇ ਸੰਖੇਪ ਦੇ ਵਿੱਚ ਦੱਸਣਾ ਹੋਵੇ, ਕਹਿਣਾ ਹੋਵੇ ਤਾਂ ਮੈਂ ਇਹ ਕਹਿ ਸਕਦਾ ਹਾਂ ਕਿ ਪੰਜਾਬੀ ਕਹਾਣੀ ਨੇ ਜਿਹੜਾ ਸਫ਼ਰ ਸੁਧਾਰਵਾਦੀ ਯਥਾਰਥਵਾਦ ਤੋਂ ਸ਼ੁਰੂ ਕੀਤਾ ਸੀ ਤੇ ਮੁੱਖ ਤੌਰ ਤੇ ਉਸ ਤੋਂ ਬਾਅਦ ਲੰਮਾ ਸਮਾਂ ਪ੍ਰਗਤੀਵਾਦੀ ਯਥਾਰਥਵਾਦ ਕਈ ਰੂਪਾਂ ਦੇ ਵਿੱਚ ਪੰਜਾਬੀ ਕਹਾਣੀ ਦੇ ਵਿੱਚ ਰਿਹਾ, ਤੇ ਹੁਣ ਜਿਹੜਾ ਹੈ ਉਹ ਵਿਸ਼ਾ ਵਸਤੂ ਵੀ, ਦ੍ਰਿਸ਼ਟੀਕੋਣ ਵੀ ਤੇ ਕਲਾ ਦੇ ਪੱਖੋਂ ਵੀ ਜਿਹੜਾ ਹੈ ਪੰਜਾਬੀ ਕਹਾਣੀ ਨੇ ਬਹੁਤ ਨਵੇਂ ਪ੍ਰਤਿਮਾਨ ਸਿਰਜੇ ਨੇ, ਜਿਨ੍ਹਾਂ ਨੂੰ ਜੇ ਅਸੀਂ ਧਿਆਨ ਨਾਲ ਵੇਖੀਏ ਤਾਂ ਉਹਦੇ ਵਿੱਚੋਂ ਪੰਜਾਬੀ ਜੀਵਨ ਯਥਾਰਥ ਨੂੰ ਬਹੁਤ ਡੂੰਘਾਈ ਦੇ ਵਿੱਚ ਜਾ ਕੇ ਫੜ ਸਕਦੇ ਹਾਂ। ਇਸੇ ਦੇ ਵਿੱਚ ਹੀ ਪੰਜਾਬੀ ਕਹਾਣੀ ਦਾ ਮਾਣ ਹੈ ਤੇ ਇਹੀ ਪੰਜਾਬੀ ਕਹਾਣੀ ਦਾ ਯੋਗਦਾਨ ਹੈ।